ਪਿਆਰੇ ਬੱਚਿਓ, ਅਸੀਂ ਅੱਜ ਦੇ ਵੀਡੀਓ ਰਾਹੀਂ ਜੋ ਸਾਨੂੰ 26 ਜੁਲਾਈ 2020 ਦਾ ਕੰਮ ਆਇਆ ਸ਼੍ਰੇਣੀ 7ਵੀਂ ਦਾ ਅਸੀਂ ਉਹ ਕਰਾਂਗੇ। ਜਿਵੇਂ ਕਿ ਅਸੀਂ ਕੱਲ੍ਹ ਕੀਤਾ ਸੀਗਾ, ਅਸੀਂ ਪਾਠ ਸ਼ੁਰੂ ਕੀਤਾ ਹੋਏਗਾ ਪਾਠ ਨੰਬਰ 2, ਧਰਤੀ ਦਾ ਅੰਦਰੂਨੀ ਅਤੇ ਬਾਹਰਲਾ ਰੂਪ, ਇੰਟਰਨਲ ਐਂਡ ਐਕਸਟਰਨਲ। ਅਤੇ ਉਸ ਪਾਠ ਦੇ ਕੱਲ੍ਹ ਅਸੀਂ ਨੇ ਮਲਟੀਪਲ ਚੋਇਸ ਕੁਐਸਚਨ ਕੀਤੇ ਸਨ, ਜਿਸ ਦੇ ਤਹਿਤ ਅਸੀਂ ਨੇ ਪਹਿਲਾਂ ਦੇਖਿਆ ਸੀ ਕਿ ਜੋ ਧਰਤੀ ਦਾ ਜੋ ਥਲ ਮੰਡਲ ਹੈ, ਧਰਤੀ ਦੇ ਸਮੁੱਚੇ ਤੌਰ 'ਤੇ 3 ਖੋਲ ਹਨ: ਧਰਤੀ ਦਾ ਚਾਪੜ, ਮੈਂਟਲ ਅਤੇ ਕੇਂਦਰੀ ਭਾਗ, ਕਰਸਟ, ਮੈਂਟਲ ਅਤੇ ਕੋਰ, ਜਿਸ ਨੂੰ ਆਮ ਤੌਰ 'ਤੇ ਸਿਆਲ, ਸੀਮਾ ਅਤੇ ਨਾਈਫ ਕਿਹਾ ਜਾਂਦਾ। ਫਿਰ ਕੱਲ੍ਹ ਅਸੀਂ ਵੀ ਪੜ੍ਹਿਆ ਸੀਗਾ ਕਿ ਜੋ ਸਿਆਲ ਹੈ ਉਹ ਸਿਲੀਕਾਨ ਅਤੇ ਐਲੂਮੀਨੀਅਮ ਦੀ ਬਣੀ ਹੋਈ ਹੈ, ਅਤੇ ਉਸਦੀ ਜੋ ਡੈਪਥ ਹੈ, ਔਸਤ ਮੋਟਾਈ ਹੈ, ਉਹ 100 ਕਿਲੋਮੀਟਰ ਤੱਕ ਹੈ, ਜੋ ਕਿ ਸਮੁੰਦਰ ਅੰਡਰ ਦਾ ਓਸ਼ੀਅਨਜ਼ 4 ਤੋਂ 7 ਕਿਲੋਮੀਟਰ ਤੱਕ ਹੈ, ਅਤੇ ਮਹਾਂਦੀਪ ਕੌਂਟੀਨੈਂਟਸ 35 ਕਿਲੋਮੀਟਰ 35 ਕਿਲੋਮੀਟਰ, ਅਤੇ ਮਾਊਂਟੇਨਸ ਦੇ ਅੰਡਰ 70 ਕਿਲੋਮੀਟਰ ਹੈ। ਫਿਰ ਅਸੀਂ ਮੈਂਟਲ ਭਾਗ ਪੜ੍ਹਿਆ ਸੀ, ਉਹ 2900 ਕਿਲੋਮੀਟਰ ਹੈ, ਅਤੇ 700 ਕਿਲੋਮੀਟਰ 'ਤੇ ਜਾ ਕੇ ਉਸਦਾ ਉੱਪਰਲਾ ਮੈਂਟਲ ਭਾਗ ਹੈ, ਜਿਸ ਨੂੰ ਅਸੀਂ ਸੀਮਾ ਆਖਦੇ ਹਾਂ, ਜੋ ਸਿਲੀਕਾਨ ਅਤੇ ਮੈਗਨੀਸ਼ੀਅਮ ਦਾ। ਫਿਰ ਅਸੀਂ ਕੇਂਦਰੀ ਭਾਗ ਪੜ੍ਹਿਆ ਸੀ, ਕਰਸਟ, ਮੈਂਟਲ ਅਤੇ ਕੋਰ। ਫਿਰ ਅਸੀਂ ਕੋਰ ਪੜ੍ਹਿਆ, ਜੋ ਕਿ 3470 ਕਿਲੋਮੀਟਰ ਹੈ, ਅਤੇ ਇਹ ਵੀ 2 ਭਾਗਾਂ 'ਚ ਵੰਡਿਆ ਹੋਇਆ, ਬਾਹਰਲਾ ਕੇਂਦਰੀ ਭਾਗ ਅਤੇ ਅੰਦਰਲਾ ਕੇਂਦਰੀ ਭਾਗ। ਇਸ ਨੂੰ ਅਸੀਂ ਨਾਈਫ ਕਹਿੰਦੇ ਹਾਂ, ਨਿਕਲ ਅਤੇ ਲੋਹਾ। ਤਾਂ ਸਭ ਤੋਂ ਪਹਿਲਾ ਕੁਐਸਚਨ, ਨਾਈਫ ਵਿੱਚ ਕਿਹੜੇ ਕਿਹੜੇ ਤੱਤ ਪਾਏ ਜਾਂਦੇ ਹਨ? ਨਾਈਫ, ਜਿਵੇਂ ਕਿ ਇਸ ਦਾ ਨਾਂ ਇੰਗਲਿਸ਼ ਦੇ ਵਿੱਚ ਹੈ ਨਾਈਫ, ਤਾਂ ਨਾਈਫ ਤੋਂ ਬਣ ਗਿਆ, N ਤੋਂ ਬਣ ਗਿਆ ਨਿਕਲ, Fe ਤੋਂ ਬਣ ਗਿਆ ਫੈਰਸ, ਭਾਵ ਲੋਹਾ। ਨਿਕਲ ਅਤੇ ਲੋਹਾ, ਲੋਹ ਅਤੇ ਨਿਕਲ ਤੱਤ ਤੋਂ ਇਹ ਬਣਿਆ ਹੋਇਆ ਹੈ। ਆਨਸਰ ਇਸ ਦਾ ਈੜੀ ਆਵੇਗਾ। ਅਗਨੀ ਸ਼ਬਦ ਕਿਸ ਭਾਸ਼ਾ ਤੋਂ ਬਣਿਆ ਹੈ? ਕਿਉਂਕਿ ਇਸ ਤੋਂ ਜੋ ਸਾਡਾ ਅਗਲਾ ਹੈ, ਉਸ ਤੋਂ ਬਾਅਦ ਸਾਡਾ ਆ ਜਾਂਦਾ ਚਟਾਨਾਂ ਦਾ ਵਰਗੀਕਰਨ। ਜੋ ਚਟਾਨਾਂ ਨੇ ਉਹ ਵਰਗੀਕਰਨ ਦੇ ਆਧਾਰ 'ਤੇ 3 ਤਰ੍ਹਾਂ ਦੀਆਂ ਪਾਈਆਂ ਜਾਂਦੀਆਂ ਨੇ: ਅਗਨੀ ਚਟਾਨਾਂ, ਇਗਨੀਅਸ ਰੌਕਸ, ਤਹਿਦਾਰ ਚਟਾਨਾਂ, ਸੈਡੀਮੈਂਟਰੀ ਰੌਕਸ, ਅਤੇ ਰੂਪਾਂਤਰਿਤ ਚਟਾਨਾਂ, ਮੈਟਾਮੋਰਫਿਕ ਰੌਕਸ। ਜੋ ਅਗਨੀ ਚਟਾਨਾਂ ਨੇ ਅਗਨੀ ਸ਼ਬਦ ਲਾਤੀਨੀ ਭਾਸ਼ਾ ਦੇ ਸ਼ਬਦ ਇਗਨੀਅਸ ਤੋਂ ਲਿਆ ਗਿਆ ਹੈ, ਜਿਸ ਦਾ ਅਰਥ ਹੈ ਅੱਗ। ਤਾਂ ਜੋ ਅਗਨੀ ਸ਼ਬਦ ਹੈ ਉਹ ਲੈਟਿਨ ਜਾਂ ਲਾਤੀਨੀ ਭਾਸ਼ਾ ਦੇ ਸ਼ਬਦ ਇਗਨੀਅਸ ਤੋਂ ਲਿਆ ਗਿਆ ਹੈ, ਜਿਸ ਦਾ ਭਾਵ ਹੈ ਅੱਗ। ਇੱਥੇ ਅਗਨੀ ਸ਼ਬਦ ਤੋਂ ਭਾਵ ਉੱਚੇ ਤਾਪਮਾਨ ਤੋਂ ਹੈ। ਇਸ ਤਰ੍ਹਾਂ ਅਗਨੀ ਚਟਾਨਾਂ ਉਹ ਚਟਾਨਾਂ ਹਨ ਜਿਨ੍ਹਾਂ ਦਾ ਨਿਰਮਾਣ ਪ੍ਰਿਥਵੀ ਦੇ ਅੰਦਰੂਨੀ ਭਾਗ ਵਿੱਚ ਮਿਲਦੇ ਅਤਿਅੰਤ ਗਰਮ ਅਤੇ ਪਿਘਲੇ ਹੋਏ ਤਰਲ ਲਾਵੇ ਦੇ ਠੰਡਾ ਹੋ ਕੇ ਠੋਸ ਹੋਣ ਨਾਲ ਹੋਇਆ ਹੈ। ਇਸ ਗਰਮ ਤਰਲ ਨੂੰ ਮੈਗਮਾ ਕਹਿੰਦੇ ਨੇ। ਜਿਹੜਾ ਉਹ ਗਰਮ ਹੁੰਦਾ ਪਦਾਰਥ, ਉਸ ਨੂੰ ਅਸੀਂ ਮੈਗਮਾ ਕਹਿੰਦੇ ਹਾਂ। ਅਤੇ ਜੋ ਅਗਨੀ ਚਟਾਨਾਂ ਅੱਗੇ 2 ਪ੍ਰਕਾਰ ਦੀਆਂ ਹੁੰਦੀਆਂ ਨੇ: ਅੰਤਰਵੇਦੀ ਅਗਨੀ ਚਟਾਨ ਅਤੇ ਬਾਹਰਵੇਦੀ। ਇੰਟਰਸਟਿਵ ਇਗਨੀਅਸ ਰੌਕਸ ਅਤੇ ਐਕਸਟ੍ਰੈਕਸਿਵ। 2 ਤਰ੍ਹਾਂ ਦੇ ਹੁੰਦੇ ਨੇਗੇ, ਇੰਟਰਸਟਿਵ ਅਤੇ ਐਕਸਟ੍ਰੈਕਸਿਵ। ਅੰਤਰਵੇਦੀ ਇੰਟਰਸਟਿਵ ਕਿਹੜੇ ਹੁੰਦੇ ਨੇਗੇ? ਜਦੋਂ ਇਹ ਸਿੱਧੀ ਗੱਲ ਹੈ ਕਿ ਜਦੋਂ ਇਹ ਮੈਗਮਾ ਧਰਤੀ ਦੀ ਇਨਰ ਸਾਈਡ, ਧਰਤੀ ਦੇ ਅੰਦਰ ਹੀ ਠੰਡਾ ਹੋ ਜਾਂਦਾ, ਤਾਂ ਉਸ ਨੂੰ ਅਸੀਂ ਅੰਤਰਵੇਦੀ ਚਟਾਨਾਂ ਕਹਿੰਦੇ ਹਾਂ। ਜੋ ਇਹ ਮੈਗਮਾ ਹੈ, ਜੋ ਇਹ ਤਰਲ ਲਾਵਾ, ਜਿਸ ਨੂੰ ਅਸੀਂ ਮੈਗਮਾ ਕਹਿੰਦੇ ਹਾਂ, ਜਦੋਂ ਉਹ ਧਰਤੀ ਦੀ ਸਰਫਸ 'ਤੇ ਆ ਜਾਂਦਾ, ਧਰਤੀ ਦੀ ਬਾਹਰਲੀ ਤਹਿ 'ਤੇ ਆ ਜਾਂਦਾ, ਤਾਂ ਉਦੋਂ ਅਸੀਂ ਉਸ ਨੂੰ ਕੀ ਕਹਾਂਗੇ? ਉਦੋਂ ਅਸੀਂ ਉਸ ਨੂੰ ਲਾਵਾ ਕਹਿੰਦੇ ਹਾਂ। ਜੋ ਤਰਲ ਪਦਾਰਥ ਹੁੰਦਾ ਹੈ, ਜਿਸ ਨੂੰ ਅਸੀਂ ਮੈਗਮਾ ਕਹਿੰਦੇ ਹਾਂ, ਜਦੋਂ ਉਹ ਧਰਤੀ ਦੀ ਉੱਪਰਲੀ ਪਰਤ 'ਤੇ ਆ ਜਾਂਦਾ ਹੈ, ਤਾਂ ਅਸੀਂ ਉਸ ਗਰਮ ਤਰਲ ਨੂੰ ਲਾਵਾ ਕਹਿੰਦੇ ਹਾਂ। ਮੈਗਮਾ ਦੇ ਧਰਤੀ ਦੇ ਅੰਦਰ ਠੰਡਾ ਹੋਣ ਦੀ ਹੌਲੀ ਹੌਲੀ ਚਟਾਨਾਂ ਨਾਲ ਕਿਹੜੇ ਚਟਾਨ ਬਣਦੇ ਆ? ਅੰਤਰਵੇਦੀ। ਤਾਂ ਜੋ ਇਗਨੀਅਸ ਚਟਾਨਾਂ ਨੇ, ਜੋ ਅਗਨੀ ਚਟਾਨਾਂ ਨੇ, ਇਹ 2 ਪ੍ਰਕਾਰ ਦੀਆਂ ਨੇ: ਅੰਤਰਵੇਦੀ ਇੰਟਰਸਟਿਵ ਅਤੇ ਬਾਹਰਵੇਦੀ ਐਕਸਟ੍ਰੈਕਸਿਵ। ਫਿਰ ਜਿਹੜੀਆਂ ਅੰਤਰਵੇਦੀ ਚਟਾਨਾਂ ਨੇ, ਅੰਤਰਵੇਦੀ ਇੰਟਰਸਟਿਵ, ਅੱਗੇ ਇਹ ਵੀ 2 ਪ੍ਰਕਾਰ ਦੀਆਂ ਨੇ: ਇੱਕ ਪਤਾਲੀ ਅਗਨੀ ਚਟਾਨ ਅਤੇ ਪਲੂਟੋਨਿਕ ਇਗਨੀਅਸ ਰੌਕ, ਪਲੂਟੋਨਿਕ ਪਤਾਲੀ, ਅਤੇ ਇੱਕ ਮੱਧਵਰਤੀ। ਜੋ ਪਤਾਲੀ ਹੈ, ਜਦੋਂ ਪ੍ਰਿਥਵੀ ਦਾ ਮੈਗਮਾ
ਪ੍ਰਿਥਵੀ ਦੇ ਅੰਦਰ ਬਹੁਤ ਡੂੰਘਾਈ 'ਤੇ ਹੌਲੀ ਹੌਲੀ ਠੰਡਾ ਹੋ ਕੇ ਸਖਤ ਰੂਪ ਧਾਰਨ ਕਰ ਲੈਂਦਾ ਹੈ ਤਾਂ ਪਤਾਲੀ ਅਗਨੀ ਚਟਾਨ ਦਾ ਨਿਰਮਾਣ ਹੁੰਦਾ ਹੈ। ਗ੍ਰੇਨਾਈਟ ਅਤੇ ਗੈਬਰੋ। ਜੇਕਰ ਤੁਹਾਨੂੰ ਕੁਐਸਚਨ ਆ ਜੇ ਕਿ ਜਿਹੜਾ ਗ੍ਰੇਨਾਈਟ ਅਤੇ ਗੈਬਰੋ ਆ ਉਹ ਕਿਹੜੀ ਚਟਾਨ ਹੈ, ਪਹਿਲੀ ਗੱਲ ਤਾਂ ਉਹ ਅਗਨੀ ਚਟਾਨ ਆ। ਅੱਗੇ ਕਿਹੜੀ ਕਿਸਮ ਆ, ਤਾਂ ਉਹ ਪਤਾਲੀ, ਤਾਂ ਉਹ ਪਲੂਟੋਨਿਕ ਇਗਨੀਅਸ ਰੌਕ ਹੈ। ਰਾਂਚੀ ਦੀ ਪਠਾਰ। ਰਾਂਚੀ ਦਾ ਪਠਾਰ ਅਤੇ ਸਿੰਘ ਭੂਮ ਇਹ ਦੋ ਖੇਤਰ ਨੇ। ਰਾਂਚੀ ਦੀ ਪਠਾਰ ਅਤੇ ਸਿੰਘ ਭੂਮ ਇਹ ਦੋਨੇ ਇੱਥੋਂ ਦੀਆਂ ਚਟਾਨਾਂ ਗ੍ਰੇਨਾਈਟ ਚਟਾਨਾਂ ਦੀਆਂ ਵਧੀਆ ਉਦਾਹਰਨਾਂ ਨੇ। ਜੇਕਰ ਕੁਐਸਚਨ ਆ ਜੇ ਕਿ ਜਿਹੜੇ ਗ੍ਰੇਨਾਈਟ ਚਟਾਨਾਂ ਨੇ, ਇਗਨੀਅਸ ਰੌਕਸ ਨੇ, ਇਹ ਭਾਰਤ ਦੇ ਵਿੱਚ ਜਿਹੜੀਆਂ ਸਾਡੀਆਂ ਗ੍ਰੇਨਾਈਟ ਚਟਾਨਾਂ ਨੇਗੀਆਂ ਇਹ ਸਾਡੇ ਭਾਰਤ ਵਿੱਚ ਕਿੱਥੇ ਮਿਲਦੀਆਂ ਨੇ, ਤਾਂ ਰਾਂਚੀ ਦੀ ਪਠਾਰ ਅਤੇ ਸਿੰਘ ਭੂਮ ਦੋ ਖੇਤਰ ਮਹੱਤਵਪੂਰਨ ਨੇ, ਮੇਨ ਫੇਮਸ ਖੇਤਰ ਨੇ, ਏਰੀਏ ਨੇ ਜਿੱਥੇ ਇਹ ਚਟਾਨਾਂ ਜ਼ਿਆਦਾ ਮਿਲਦੀਆਂ ਨੇ। ਫਿਰ ਇਸੇ ਤਰ੍ਹਾਂ ਮੱਧਵਰਤੀ। ਮੱਧਵਰਤੀ ਦੇ ਵਿੱਚ ਕੀ ਹੈਗਾ, ਨਾ ਧਰਤੀ ਦੇ ਬਿਲਕੁਲ ਡੂੰਘਾਈ 'ਤੇ ਨਾ ਧਰਤੀ ਦੇ ਬਾਹਰ, ਬਿਲਕੁਲ ਮੱਧ ਜੇ ਵਿੱਚ ਰਹਿ ਜਾਣਾ। ਕਦੀ ਕਦੀ ਪ੍ਰਿਥਵੀ ਦੇ ਅੰਦਰਲਾ ਮੈਗਮਾ ਭੂ ਸਤ੍ਹਾ 'ਤੇ ਭਾਵ ਸਰਫੇਸ 'ਤੇ ਨਾ ਆ ਕੇ ਅੰਦਰ ਹੀ ਧਰਤੀ ਦੀਆਂ ਤ੍ਰਿੜਾਂ ਵਿੱਚ ਜਮ੍ਹਾਂ ਹੋ ਜਾਂਦਾ ਹੈ, ਧਰਤੀ ਦੀ ਇਨਰ ਸਾਈਡ ਹੀ ਜਮ੍ਹਾਂ ਹੋ ਜਾਂਦਾ। ਇਸ ਤਰ੍ਹਾਂ ਬੜੀਆਂ ਚਟਾਨਾਂ ਮੱਧਵਰਤੀ ਅਗਨੀ ਚਟਾਨਾਂ ਅਖਵਾਉਂਦੀਆਂ ਹਨ। ਡਾਈਕ, ਸਿੱਲ ਅਤੇ ਡੋਲੇਰਾਈਟ। ਡਾਈਕ, ਸਿੱਲ ਅਤੇ ਡੋਲੇਰਾਈਟ ਮੱਧਵਰਤੀ ਅਗਨੀ ਚਟਾਨਾਂ ਦੀ ਕਿਸਮ ਹੈ। ਜੋ ਤੁਹਾਡੇ ਕੁਐਸਚਨ ਆਏ ਹਨ ਬਿਲਕੁਲ ਸੌਖੇ ਨੇ। ਨਿਰਮਾਣ ਦੇ ਆਧਾਰ 'ਤੇ ਚਟਾਨਾਂ ਨੂੰ ਕਿੰਨੇ ਭਾਗਾਂ 'ਚ ਵੰਡਿਆ ਜਾਂਦਾ ਹੈ? ਨਿਰਮਾਣ ਦੇ ਆਧਾਰ 'ਤੇ ਤਿੰਨ। ਮੈਂ ਤੁਹਾਨੂੰ ਦੱਸਿਆ ਸੀਗਾ, ਪਹਿਲੀ ਅਗਨੀ ਚਟਾਨ ਇਗਨੀਅਸ ਰੌਕਸ, ਫਿਰ ਤਹਿਦਾਰ ਚਟਾਨਾਂ ਸੈਡੀਮੈਂਟਰੀ ਰੌਕਸ, ਫਿਰ ਰੂਪਾਂਤਰਿਤ ਚਟਾਨਾਂ ਮੈਟਾਮੋਰਫਿਕ ਰੌਕਸ। ਤਿੰਨ ਭਾਗਾਂ ਵਿੱਚ ਨਿਰਮਾਣ ਦੇ ਆਧਾਰ 'ਤੇ ਵੰਡਦੇ ਹਾਂ। ਗ੍ਰੇਨਾਈਟ ਅਤੇ ਗੈਬਰੋ ਕਿਸ ਪ੍ਰਕਾਰ ਦੀਆਂ ਚਟਾਨਾਂ ਹਨ? ਤੁਹਾਨੂੰ ਮੈਂ ਹੁਣੇ ਦੱਸ ਕੇ ਹਟਿਆ ਕਿ ਇਹ ਪਤਾਲੀ ਪਲੂਟੋਨਿਕ, ਇਹ ਪਲੂਟੋਨਿਕ ਇਗਨੀਅਸ ਰੌਕਸ ਨੇ। ਅਗਨੀ ਚਟਾਨਾਂ ਕਿੰਨੇ ਪ੍ਰਕਾਰ ਦੀਆਂ ਹੁੰਦੀਆਂ ਨੇ? ਹੁਣੀ ਕੀਤਾ ਅਸੀਂ ਨੇ, ਇੱਕ ਹੁੰਦਾ ਗਾ ਇੰਟਰਸਟਿਵ, ਇੱਕ ਐਕਸਟ੍ਰੈਕਟਿਵ, ਅੰਤਰਵੇਦੀ ਅਤੇ ਬਾਹਰਵੇਦੀ। ਅਗਨੀ ਚਟਾਨਾਂ ਦੋ ਪ੍ਰਕਾਰ ਦੀਆਂ ਹੁੰਦੀਆਂ ਹਨ। ਜੋ ਅੰਤਰਵੇਦੀ ਹਨ, ਅੰਤਰਵੇਦੀ ਦੇ ਵਿੱਚ ਜਿਹੜੀ ਅੰਤਰਵੇਦੀ ਹੈ ਅੱਗੇ ਇਹ ਵੀ ਦੋ ਪ੍ਰਕਾਰ ਦੀਆਂ ਨੇ। ਸਭ ਤੋਂ ਪਹਿਲੀ ਗੱਲ, ਜੋ ਵਰਗੀਕਰਨ ਦੇ ਆਧਾਰ 'ਤੇ ਚਟਾਨਾਂ ਤਿੰਨ ਭਾਗਾਂ ਵਿੱਚ ਵੰਡੀਆਂ ਜਾਂਦੀਆਂ ਨੇ। ਅਗਨੀ ਚਟਾਨਾਂ ਇਗਨੀਅਸ ਰੌਕਸ, ਤਹਿਦਾਰ ਚਟਾਨਾਂ ਸੈਡੀਮੈਂਟਰੀ ਰੌਕਸ, ਰੂਪਾਂਤਰਿਤ ਮੈਟਾਮੋਰਫਿਕ। ਫਿਰ ਜੋ ਅਗਨੀ ਚਟਾਨ ਆ ਉਹ ਲਿਆ ਗਿਆ ਲੈਟਿਨ ਲੈਂਗੁਏਜ ਦੇ ਸ਼ਬਦ ਇਗਨੀਅਸ ਤੋਂ, ਜਿਸ ਦਾ ਭਾਵ ਹੈ ਅੱਗ, ਜੋ ਗਰਮ ਲਾਵੇ ਦੇ ਠੰਡਾ ਹੋਣ ਨਾਲ ਬਣਦੀਆਂ ਹਨ। ਫਿਰ ਜੋ ਅਗਨੀ ਚਟਾਨਾਂ ਨੇ ਇਗਨੀਅਸ ਰੌਕਸ ਨੇ, ਦੇ ਆਰ ਆਫ ਟੂ ਟਾਈਪਸ, ਇੰਟਰਸਟਿਵ ਅਤੇ ਐਕਸਟ੍ਰਾਸਟਿਵ, ਅੰਤਰਵੇਦੀ ਅਤੇ ਬਾਹਰਵੇਦੀ। ਫਿਰ ਜੋ ਸਾਡੀ ਅੰਤਰਵੇਦੀ ਧਰਤੀ ਦੇ ਅੰਦਰ, ਅੰਤਰਵੇਦੀ ਅੰਦਰ, ਇੰਟਰਸਟਿਵ ਅੱਗੇ ਇਹ ਦੋ ਪ੍ਰਕਾਰ ਦੀਆਂ ਨੇ। ਇੱਕ ਪਤਾਲੀ ਬਿਲਕੁਲ ਡੂੰਘਾਈ 'ਤੇ ਪਲੂਟੋਨਿਕ, ਗ੍ਰੇਨਾਈਟ ਅਤੇ ਗੈਬਰੋ ਇਹਦੀ ਉਦਾਹਰਨ ਆ, ਬਿਲਕੁਲ ਧਰਤੀ ਦੀ ਡੂੰਘਾਈ ਦੇ ਵਿੱਚ। ਇੱਕ ਮੱਧਵਰਤੀ ਥੋੜ੍ਹਾ ਉੱਪਰ, ਨਾ ਧਰਤੀ ਦੀ ਸਤ੍ਹਾ 'ਤੇ ਆਉਂਦੀਆਂ ਨੇ ਨਾ ਬਿਲਕੁਲ ਡੂੰਘਾਈ 'ਤੇ, ਵਿਚਕਾਰ ਜੇ ਮੱਧਵਰਤੀ। ਅਤੇ ਇਸ ਤਰ੍ਹਾਂ ਅਸੀਂ ਦੇਖਿਆ ਕਿ ਜੋ ਡਾਈਕ, ਸਿੱਲ, ਡੋਲੇਰਾਈਟ ਨੇ ਇਹ ਮੱਧਵਰਤੀ। ਤਾਂ ਸਭ ਤੋਂ ਪਹਿਲਾਂ ਜੋ ਚਟਾਨਾਂ ਨੇ ਵਰਗੀਕਰਨ ਦੇ ਆਧਾਰ 'ਤੇ ਤਿੰਨ ਪ੍ਰਕਾਰ ਦੀਆਂ ਨੇ। ਅਗਨੀ ਚਟਾਨਾਂ ਇਗਨੀਅਸ ਰੌਕਸ, ਫਿਰ ਸਾਡਾ ਸੈਡੀਮੈਂਟਰੀ ਰੌਕਸ, ਤਹਿਦਾਰ ਚਟਾਨਾਂ, ਫਿਰ ਮੈਟਾਮੋਰਫਿਕ ਰੌਕਸ, ਰੂਪਾਂਤਰਿਤ। ਫਿਰ ਜੇ ਇਕੱਲੀ ਇਕੱਲੀ ਕਿਸਮ ਕਰੀਏ ਤਾਂ ਅਗਨੀ ਚਟਾਨ ਇਗਨੀਅਸ ਰੌਕ ਅੱਗੇ ਦੇ ਆਰ ਆਫ ਟੂ ਟਾਈਪਸ। ਕਿਹੜੇ ਕਿਹੜੇ ਟਾਈਪਸ ਨੇ ਇਹਨਾਂ ਦੀਆਂ ਅਗਨੀ ਚਟਾਨਾਂ ਦੀਆਂ? ਅੰਤਰਵੇਦੀ ਅਤੇ ਬਾਹਰਵੇਦੀ, ਇੰਟਰਸਟਿਵ ਅਤੇ ਐਕਸਟ੍ਰਾਸਟਿਵ। ਫਿਰ ਅੰਤਰਵੇਦੀ, ਅੰਤਰਵੇਦੀ ਦੀਆਂ ਦੋ ਕਿਸਮਾਂ ਨੇ, ਪਤਾਲੀ ਅਤੇ ਮੱਧਵਰਤੀ। ਮੈਂ ਉਮੀਦ ਕਰਦਾ ਤੁਹਾਨੂੰ ਇਹ ਚੰਗੀ ਤਰ੍ਹਾਂ ਸਮਝ ਆਇਆ ਹੋਵੇਗਾ। ਪਹਿਲਾਂ ਚਟਾਨਾਂ ਨਿਰਮਾਣ ਦੇ ਆਧਾਰ 'ਤੇ ਤਿੰਨ ਪ੍ਰਕਾਰ ਦੀਆਂ ਨੇ। ਅਗਨੀ ਚਟਾਨਾਂ, ਤਹਿਦਾਰ ਚਟਾਨਾਂ ਅਤੇ ਰੂਪਾਂਤਰਿਤ ਚਟਾਨਾਂ। ਫਿਰ ਅਗਨੀ ਚਟਾਨ ਇਹ ਦੋ ਪ੍ਰਕਾਰ ਦੀਆਂ ਨੇ, ਅੰਤਰਵੇਦੀ ਅਤੇ ਬਾਹਰਵੇਦੀ, ਧਰਤੀ ਦੇ ਅੰਦਰ ਅਤੇ ਧਰਤੀ ਤੋਂ ਬਾਹਰ। ਅੰਤਰਵੇਦੀ ਅੱਗੇ ਫਿਰ ਦੋ ਪ੍ਰਕਾਰ ਦੀਆਂ ਨੇ, ਪਤਾਲੀ ਬਿਲਕੁਲ ਡੂੰਘਾਈ 'ਤੇ ਅਤੇ ਵਿਚਕਾਰ ਜੀ। ਡੂੰਘਾਈ 'ਤੇ ਵਿਚਕਾਰ ਹੀ ਆਊਗਾ, ਕਿਉਂਕਿ ਜੇ ਅਸੀਂ ਸਤ੍ਹਾ 'ਤੇ ਕਹਿਤਾ ਉਹ ਤਾਂ ਬਾਹਰਵੇਦੀ ਬਣ ਜਾਣੀ ਹੈ। ਇੱਕ ਡੂੰਘਾਈ 'ਤੇ ਪਤਾਲੀ ਪਲੂਟੋਨਿਕ, ਗ੍ਰੇਨਾਈਟ ਅਤੇ ਗੈਬਰੋ। ਇੱਕ ਮੱਧਵਰਤੀ ਵਿਚਕਾਰ ਜੇ, ਨਾ ਧਰਤੀ ਦੀ ਬਿਲਕੁਲ ਡੂੰਘਾਈ 'ਤੇ ਨਾ ਧਰਤੀ ਤੋਂ ਬਾਹਰ, ਉਹ ਹੋ ਗਿਆ ਮੱਧਵਰਤੀ। ਅਤੇ ਜੋ ਡਾਈਕ, ਸਿੱਲ ਅਤੇ ਡੋਲੇਰਾਈਟ, ਇਸ ਪ੍ਰਕਾਰ ਜੋ ਸਾਡੀਆਂ ਅਗਨੀ ਚਟਾਨਾਂ ਨੇ ਇਹ ਦੋ ਪ੍ਰਕਾਰ ਦੀਆਂ ਨੇ। ਫਿਰ ਉਹ ਅੱਗੇ ਦੋ ਦੋ ਪ੍ਰਕਾਰ ਦੀਆਂ ਨੇ। ਅਤੇ ਮੈਂ ਉਮੀਦ ਕਰਦਾ ਕਿ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਗਿਆ ਹੋਵੇਗਾ। ਅਤੇ ਇਸ ਦੇ ਜੋ ਕੁਐਸਚਨ ਆਨਸਰ ਹਨ ਉਹ ਨੀਚੇ ਅੱਜ ਦਿੱਤੇ ਹੋਏ ਹਨ, ਤੁਸੀਂ ਇੱਥੋਂ ਦੇਖ ਕੇ ਕਰ ਸਕਦੇ ਹੋ, ਚੰਗੀ ਤਰ੍ਹਾਂ ਦੇਖ ਕੇ ਤੁਸੀਂ ਕਰ ਸਕਦੇ ਹੋ।
ਤੇ ਹੇਠਾਂ ਮੈਨੇ ਇਹੀ ਸਲਾਈਡ ਇੰਗਲਿਸ਼ ਮਾਧਿਅਮ 'ਚ ਕੀਤੀ ਹੋਈ ਆ, ਤਾਂ ਜੋ ਵਿਦਿਆਰਥੀ, ਕੱਲ੍ਹ ਕਿਸੇ ਵਿਦਿਆਰਥੀ ਨੇ ਕਮੈਂਟ ਕੀਤਾ ਹੋਇਆ ਸੀ ਕਿ ਸਰ ਇੰਗਲਿਸ਼ ਵਿੱਚ ਵੀ ਦੱਸ ਦਿਆ ਕਰੋ। ਤਾਂ ਵਿਚ ਐਲੀਮੈਂਟਸ ਆਰ ਫਾਊਂਡ ਇਨ ਨਾਈਫ, ਨਾਈਫ 'ਤੇ ਕਿਹੜਾ ਕਿਹੜਾ ਆਊਗਾ ਜੀ, ਆਇਰਨ ਐਂਡ ਨਿਕਲ। ਵਿਚ ਲੈਂਗੁਏਜ ਡਜ਼ ਦਾ ਅਗਨੀ ਬਿਲੋਂਗਸ, ਲੈਟਿਨ ਲੈਂਗੁਏਜ। ਇਨ ਹਾਊ ਮੈਨੀ ਪਾਰਟਸ ਰੌਕਸ ਕੈਨ ਬੀ ਡਿਵਾਈਡਡ, 3 ਪਾਰਟਸ। ਵਟ ਟਾਈਪ ਆਫ ਰੌਕਸ ਆਰ ਗ੍ਰੇਨਾਈਟ ਐਂਡ ਗੈਬਰੋ, ਅਤੇ ਕਿਹੜੀ ਚਟਾਨ ਆ ਗਈ ਗ੍ਰੇਨਾਈਟ ਅਤੇ ਗੈਬਰੋ, ਕਿਹੜੀ ਹੈਗੀ ਜੀ ਉਹ, ਇਗਨੀਅਸ ਰੌਕ। ਹਾਊ ਮੈਨੀ ਟਾਈਪਸ ਆਫ ਇਗਨੀਅਸ ਰੌਕਸ ਆਰ ਪ੍ਰੈਜੈਂਟ, ਜਿਹੜੀ ਸਾਡੀ ਇਗਨੀਅਸ ਰੌਕਸ ਨੇ ਉਹਨਾਂ ਦੇ ਕਿੰਨੀਆਂ ਕਿਸਮਾਂ ਨੇਗੀਆਂ, ਦੇ ਆਰ ਆਫ 2 ਟਾਈਪਸ, ਦੇ ਆਰ ਆਫ 2 ਟਾਈਪਸ। ਇਹ ਤੁਹਾਡੇ ਨੀਚੇ ਆਨਸਰ ਕੀਤੇ ਹੋਏ ਹਨ, ਇਹ ਤੁਸੀਂ ਕਰ ਸਕਦੇ ਹੋ।